Hello everyone, welcome to Study Shortcuts. Here study becomes easier. ਜਵਾਹਰ ਨਵੋਦਿਆ ਵਿਦਿਆਲਿਆ ਸਿਲੈਕਸ਼ਨ ਟੈਸਟ ਪ੍ਰੋਸਪੈਕਟਸ ਜਿਹੜਾ ਆਪਣੇ ਸਾਹਮਣੇ ਓਪਨ ਹੈਗਾ 2023 ਦਾ ਕਲਾਸ 6ਵੀਂ ਦੇ ਵਿੱਚ ਐਡਮਿਸ਼ਨ ਲੈਣ ਲਈ ਜੋ ਐਂਟਰੈਂਸ ਐਗਜ਼ਾਮ ਲਿੱਤਾ ਜਾਂਦਾ ਹੈ ਉਸ ਐਗਜ਼ਾਮ ਦੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਨੀ ਹੈ ਉਸ ਦੇ ਬਾਰੇ ਜਾਣਕਾਰੀ ਦੇਣ ਲਈ ਆਪਾਂ ਇਹ ਵੀਡੀਓ ਬਣਾ ਰਹੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਜੀ ਇਹ ਹੈਗਾ ਆਪਣਾ ਪ੍ਰੋਸਪੈਕਟਸ ਨਵੋਦਿਆ ਵਿਦਿਆਲਿਆ ਸਮਿਤੀ ਦੁਆਰਾ ਹੀ ਜਾਰੀ ਕੀਤਾ ਗਿਆ ਪ੍ਰੋਸਪੈਕਟਸ ਹੈਗਾ ਜਿਸ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਇਸ ਦੇ ਵਿੱਚ ਇੰਟਰੋਡਕਸ਼ਨ ਹੈ, ਓਬਜੈਕਟਿਵ ਹੈ, ਸਟੇਟ ਵਾਈਜ਼ ਡਿਸਟ੍ਰੀਬਿਊਸ਼ਨ ਆਫ ਜਵਾਹਰ ਨਵੋਦਿਆ ਵਿਦਿਆਲਿਆ ਐਂਡ ਇਸ ਤੋਂ ਬਾਅਦ ਇਸ ਦੇ ਵਿੱਚ ਦਿੱਤਾ ਗਿਆ ਪ੍ਰੋਸੀਜਰ ਟੂ ਰਜਿਸਟਰ ਆਨਲਾਈਨ JNV ਸਿਲੈਕਸ਼ਨ 2023। ਤਾਂ ਇਸ ਟੈਸਟ ਦੇ ਲਈ ਤੁਸੀਂ ਕਿਸ ਤਰ੍ਹਾਂ ਰਜਿਸਟਰ ਕਰਨਾ ਉਸ ਦੀ ਜਾਣਕਾਰੀ ਇੱਥੇ ਪੂਰੀ ਦਿੱਤੀ ਗਈ ਹੈ। ਇਸ ਦੇ ਬਾਰੇ ਜਾਣਕਾਰੀ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਵਾਲੇ ਹਾਂ। ਸਾਰੀ ਚੀਜ਼ਾਂ ਜਿਹੜੀ ਤੁਸੀਂ ਆਪਣੇ ਕੋਲ ਸੌਫਟ ਫਾਰਮ ਦੇ ਵਿੱਚ ਰੱਖਣੀਆਂ ਨੇ, JPG ਫਾਰਮੈਟ ਦੇ ਵਿੱਚ ਰੱਖਣੀਆਂ ਨੇ ਤੇ ਉਹਨਾਂ ਦਾ ਸਾਈਜ਼ 10 ਤੋਂ 100 KB ਦੇ ਵਿੱਚ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤੁਹਾਡੇ ਕੋਲ ਹੋਣਾ ਚਾਹੀਦਾ ਸਰਟੀਫਿਕੇਟ ਵੈਰੀਫਾਈਡ ਬਾय ਦਾ ਹੈਡਮਾਸਟਰ ਮੈਂਸ਼ਨਿੰਗ ਦਾ ਡਿਟੇਲਸ ਆਫ ਦਾ ਕੈਂਡੀਡੇਟ ਇਨ ਦਾ ਪ੍ਰਿਸਕ੍ਰਾਈਬ ਫਾਰਮੈਟ। ਤਾਂ ਇੱਕ ਇਹਦੇ ਵਿੱਚ ਵੈਰੀਫਾਈਡ ਸਰਟੀਫਿਕੇਟ ਦਿੱਤਾ ਹੋਇਆ ਉਸਦਾ ਤੁਸੀਂ ਪ੍ਰਿੰਟ ਨਿਕਲਵਾ ਲੈਣਾ ਤੇ ਉਸਦੇ ਵਿੱਚ ਕੈਂਡੀਡੇਟ ਦੀ ਡਿਟੇਲ ਭਰ ਕੇ ਹੈਡਮਾਸਟਰ ਤੋਂ ਉਸਨੂੰ ਵੈਰੀਫਾਈ ਕਰਵਾ ਲੈਣਾ ਐਂਡ ਉਸਦਾ ਤੁਹਾਡੇ ਕੋਲ JPG ਫਾਰਮੈਟ ਦੇ ਵਿੱਚ ਤੁਹਾਡੇ ਕੋਲ ਸੌਫਟ ਕਾਪੀ ਵੀ ਹੋਣੀ ਚਾਹੀਦੀ ਹੈ ਜਿਸਦਾ ਸਾਈਜ਼ 10 ਤੋਂ 100 KB ਦੇ ਵਿੱਚ ਹੋਣਾ ਚਾਹੀਦਾ। ਇਹ ਚੀਜ਼ ਹੈ। ਉਹ ਸਰਟੀਫਿਕੇਟ ਆਪਾਂ ਤੁਹਾਨੂੰ ਸ਼ੋ ਕਰ ਦਿੰਦੇ ਹਾਂ ਇਸੇ ਪ੍ਰੋਸਪੈਕਟਸ ਦੇ ਲਾਸਟ ਦੇ ਵਿੱਚ ਤੁਹਾਨੂੰ ਉਹ ਸਰਟੀਫਿਕੇਟ ਦਿੱਤਾ ਹੋਇਆ ਦੇਖ ਸਕਦੇ ਹੋ ਤੁਸੀਂ। ਇਹ ਹੈਗਾ ਜੀ ਉਹ ਸਰਟੀਫਿਕੇਟ ਜਵਾਹਰ ਨਵੋਦਿਆ ਵਿਦਿਆਲਿਆ ਸਿਲੈਕਸ਼ਨ ਟੈਸਟ 2023 ਸਟੱਡੀ ਸਰਟੀਫਿਕੇਟ ਤੇ ਇਹ ਸਰਟੀਫਿਕੇਟ ਹੈ। ਤੇ ਇਹ ਵਾਲਾ ਪਰਫਾਰਮਾ ਜਿਹੜਾ ਹੈ ਜੀ ਉਹ ਅਦਰ ਬੈਕਵਰਡ ਕਲਾਸ OBC ਦੇ ਕੈਂਡੀਡੇਟਸ ਹੈ ਜਿਹੜੇ ਉਹਨਾਂ ਲਈ ਇਹ ਸਰਟੀਫਿਕੇਟ ਦਿੱਤਾ ਹੋਇਆ ਤੇ ਇਹ ਵਾਲਾ ਸਰਟੀਫਿਕੇਟ ਜਿਹੜਾ ਉਹ ਤੁਹਾਨੂੰ ਵੈਰੀਫਾਈ ਕਰਵਾਉਣਾ ਹੈ। ਨੀਚੇ ਦੇਖ ਸਕਦੇ ਹੋ ਇੱਥੇ ਸਿਗਨੇਚਰ ਆਫ ਹੈਡਮਾਸਟਰ ਵਿਦ ਸੀਲ। ਤਾਂ ਇਹ ਸਰਟੀਫਿਕੇਟ ਤੁਸੀਂ ਵੈਰੀਫਾਈ ਕਰਾਉਣਾ ਹੈ ਹੈਡਮਾਸਟਰ ਤੋਂ ਤੇ OBC ਵਾਲੇ ਕੈਂਡੀਡੇਟਸ ਲਈ ਇਹ ਵਾਲਾ ਸਰਟੀਫਿਕੇਟ ਦਿੱਤਾ ਗਿਆ। ਇਹ ਸਰਟੀਫਿਕੇਟ ਤੁਹਾਡੇ ਕੋਲ ਸੌਫਟ ਕਾਪੀ ਦੇ ਵਿੱਚ ਵੀ ਹੋਣਾ ਚਾਹੀਦਾ। ਉਸ ਤੋਂ ਬਾਅਦ ਕੈਂਡੀਡੇਟਸ ਦੀ ਫੋਟੋਗ੍ਰਾਫਸ ਹੋਣੀਆਂ ਚਾਹੀਦੀਆਂ ਨੇ, ਸਿਗਨੇਚਰ ਆਫ ਪੇਰੈਂਟਸ, ਸਿਗਨੇਚਰ ਆਫ ਕੈਂਡੀਡੇਟਸ, ਆਧਾਰ ਡਿਟੇਲਸ ਤੇ ਰੈਜ਼ੀਡੈਂਸ ਸਰਟੀਫਿਕੇਟ। ਜਦੋਂ ਆਪਾਂ ਇਸ ਰਜਿਸਟਰ ਕਰਨ ਲੱਗਦੇ ਹਾਂ ਤਾਂ ਆਧਾਰ ਡਿਟੇਲਸ ਤੁਹਾਨੂੰ ਉੱਥੇ ਚਾਹੀਦੀਆਂ ਹੁੰਦੀਆਂ ਨੇ। ਅਗਰ ਆਧਾਰ ਡਿਟੇਲ ਨਹੀਂ ਹੈਗੀ ਤਾਂ ਤੁਸੀਂ ਉੱਥੇ ਰੈਜ਼ੀਡੈਂਸ ਸਰਟੀਫਿਕੇਟ ਕੈਂਡੀਡੇਟ ਦਾ ਅਪਲੋਡ ਕਰ ਸਕਦੇ ਹੋ। ਸੋ ਤੁਹਾਡੇ ਕੋਲ ਰੈਜ਼ੀਡੈਂਸ ਸਰਟੀਫਿਕੇਟ ਅਗਰ ਆਧਾਰ ਡਿਟੇਲਸ ਨਹੀਂ ਹੈਗੀਆਂ ਤਾਂ ਤੁਸੀਂ ਰੈਜ਼ੀਡੈਂਸ ਸਰਟੀਫਿਕੇਟ ਜਿਹੜਾ ਉਹ ਆਪਣੇ ਕੋਲ ਸੌਫਟ ਫਾਰਮ ਦੇ ਵਿੱਚ JPG ਫਾਰਮੈਟ ਦੇ ਵਿੱਚ ਆਪਣੇ ਕੋਲ ਰੱਖੋ ਜਿਹੜਾ ਸਾਈਜ਼ ਹੈ ਉਹ 10 ਤੋਂ 100 KB ਦਾ ਹੋਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀ ਕਿ ਚਾਹੀਦੀਆਂ ਨੇ ਰਜਿਸਟ੍ਰੇਸ਼ਨ ਕਰਨ ਦੇ ਲਈ ਤੁਹਾਡੇ ਕੋਲ ਸੌਫਟ ਫਾਰਮ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਦੇ ਵਿੱਚ ਲਿਖਿਆ ਹੈ ਹੂ ਇਜ਼ ਐਲੀਜੀਬਲ। ਇੱਥੇ ਉਹ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੇ ਕੈਂਡੀਡੇਟਸ ਇਸ ਦੇ ਲਈ ਐਲੀਜੀਬਲ ਹੈਗੇ। ਇਸ ਨੂੰ ਤੁਸੀਂ ਡਿਟੇਲ ਦੇ ਵਿੱਚ ਸਟੱਡੀ ਕਰ ਸਕਦੇ ਹੋ। ਬਾਕੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਵਾਲੇ ਹਾਂ। ਸਾਰਾ ਪ੍ਰੋਸਪੈਕਟਸ ਹੈਗਾ, ਇੱਕ ਵਾਰ ਜ਼ਰੂਰ ਤੁਸੀਂ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਪ੍ਰੋਸਪੈਕਟਸ ਜਿਹੜਾ ਜ਼ਰੂਰ ਰੀਡ ਕਰਨਾ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਦਿੱਤਾ ਹੋਇਆ ਕੰਪੋਜੀਸ਼ਨ ਆਫ ਟੈਸਟ ਕਿ ਸਬਜੈਕਟਸ ਕਿਹੜੇ ਰਹਿਣਗੇ, ਮੈਂਟਲ ਐਬਿਲਿਟੀ ਟੈਸਟ, ਅਰਥਮੈਟਿਕ ਟੈਸਟ ਐਂਡ ਲੈਂਗੁਏਜ ਟੈਸਟ, ਨੰਬਰ ਆਫ ਕੁਐਸਚਨਸ, ਮਾਰਕਸ ਐਂਡ ਦੈਨ ਡਿਊਰੇਸ਼ਨਸ। 2 ਘੰਟੇ ਦਾ ਤੁਹਾਡਾ ਇਹ ਪੇਪਰ ਹੋਣ ਵਾਲਾ ਹੈ। 80 ਕੁਐਸਚਨ ਹੋਣਗੇ, 100 ਨੰਬਰ ਦੇ ਹੋਣਗੇ। ਐਡੀਸ਼ਨਲ ਟਾਈਮ ਆਫ 40 ਮਿੰਟਸ ਜਿਹੜੇ ਆ ਉਹ ਦਿੱਤੇ ਜਾਣਗੇ ਦਿਵਿਆਂਗ ਸਟੂਡੈਂਟਸ ਨੂੰ। ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਤੁਹਾਨੂੰ ਆਪਣਾ ਇਹ ਪੂਰਾ ਐਗਜ਼ਾਮ ਅਟੈਂਪਟ ਕਰਨਾ ਹੈ, OMR ਸ਼ੀਟ ਹੋਏਗੀ, ਕਿਸ ਤਰ੍ਹਾਂ ਤੁਸੀਂ ਉਹਦੇ ਵਿੱਚ ਆਨਸਰਸ ਫਿਲ ਕਰਨੇ ਆ, ਉਹ ਸਾਰੀ ਜਾਣਕਾਰੀ ਵੀ ਇੱਥੇ ਦਿੱਤੀ ਗਈ ਹੈ। ਇਸਨੂੰ ਤੁਸੀਂ ਡਿਟੇਲ ਦੇ ਵਿੱਚ ਸਟੱਡੀ ਕਰ ਸਕਦੇ ਹੋ ਕਿਸ ਤਰ੍ਹਾਂ ਦੇ ਕੁਐਸਚਨਸ ਉੱਥੇ ਆਉਂਦੇ ਪਿਕਸ ਨੂੰ ਲੈ ਕੇ ਜਾਣਕਾਰੀ ਇੱਥੇ ਦਿੱਤੀ ਗਈ ਹੈ। ਸੋ ਇਸ ਨੂੰ ਵੀ ਤੁਸੀਂ ਇੱਕ ਵਾਰ ਜ਼ਰੂਰ ਰੀਡ ਕਰੋ ਤੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਇਹ ਜਿਹੜਾ ਸਰਟੀਫਿਕੇਟ ਹੈ ਇਸ ਨੂੰ ਜ਼ਰੂਰ ਤੁਸੀਂ ਪ੍ਰਿੰਟ ਕਢਵਾ ਸਕਦੇ ਹੋ। ਇਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪਾਸਪੋਰਟ ਸਾਈਜ਼ ਫੋਟੋ ਲੱਗੇਗੀ ਕੈਂਡੀਡੇਟ ਦੀ ਤੇ ਸਿਗਨੇਚਰ ਹੋਣਗੇ ਕੈਂਡੀਡੇਟ ਦੇ, ਇੱਥੇ ਪੇਰੈਂਟ ਦੇ ਸਿਗਨੇਚਰਸ ਹੋਣਗੇ ਤੇ ਇੱਥੇ ਹੈਡਮਾਸਟਰ ਦੇ ਦੁਆਰਾ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾਏਗਾ। ਤਾਂ ਦੇਖਦੇ ਹਾਂ ਜੀ ਇਸ ਦੀ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਨੀ ਹੈ। ਲਾਸਟ ਡੇਟ ਆਪਾਂ ਤੁਹਾਨੂੰ ਦੱਸ ਦਈਏ ਜੀ ਇਸ ਦੀ ਲਾਸਟ ਡੇਟ ਹੈਗੀ 31 ਜਨਵਰੀ 2023। ਜਿੱਦਾਂ ਆਪਾਂ ਨਵੋਦਿਆ ਵਿਦਿਆਲਿਆ ਦੀ ਆਫੀਸ਼ੀਅਲ ਵੈਬਸਾਈਟ ਤੇ ਆ ਚੁੱਕੇ ਹਾਂ ਜਿੱਥੇ ਆਪਾਂ ਰਜਿਸਟ੍ਰੇਸ਼ਨ ਕਰਨੀ ਹੈ ਕਲਾਸ 6 ਦੇ ਲਈ। ਤੁਸੀਂ ਦੇਖ ਸਾਰੇ ਲਿੰਕਸ ਦਿੱਤੇ ਗਏ ਨੇ। ਸਭ ਤੋਂ ਪਹਿਲਾਂ ਇੱਥੇ ਲਿੰਕ ਦਿੱਤਾ ਗਿਆ ਕਲਿੱਕ ਹੇਅਰ ਫॉर ਕਲਾਸ 6 ਰਜਿਸਟ੍ਰੇਸ਼ਨ। ਇੱਥੇ ਕਲਿੱਕ ਕਰਕੇ ਤੁਸੀਂ ਰਜਿਸਟ੍ਰੇਸ਼ਨ ਕਰਨੀ ਹੈ। ਦੂਸਰਾ ਲਿੰਕ ਹੈ ਕਲਿੱਕ ਹੇਅਰ ਟੂ ਪ੍ਰਿੰਟ ਰਜਿਸਟ੍ਰੇਸ਼ਨ ਫਾਰਮ। ਇੱਥੇ ਤੁਸੀਂ ਆਪਣਾ ਰਜਿਸਟ੍ਰੇਸ਼ਨ ਫਾਰਮ ਇੱਕ ਵਾਰ ਜਦੋਂ ਕਰ ਲਓਗੇ ਉਸ ਤੋਂ ਬਾਅਦ ਤੁਸੀਂ ਇੱਥੇ ਜਾ ਕੇ ਪ੍ਰਿੰਟ ਨਿਕਲਵਾ ਸਕਦੇ ਹੋ। ਥਰਡ ਹੈ ਕਲਿੱਕ ਹੇਅਰ ਟੂ ਫਾਈਂਡ ਯੂਰ ਰਜਿਸਟ੍ਰੇਸ਼ਨ ਨੰਬਰ, ਅਗਰ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਫਾਈਂਡ ਕਰਨਾ ਹੈ। ਫੋਰਥ ਹੈ ਕਲਿੱਕ ਹੇਅਰ ਟੂ ਵਿਊ ਪ੍ਰੋਸਪੈਕਟਸ। ਤਾਂ ਇੱਥੇ ਕਲਿੱਕ ਕਰਕੇ ਇਸ ਪ੍ਰੋਸਪੈਕਟਸ ਵਾਲੇ ਪੁਆਇੰਟ ਤੇ ਕਲਿੱਕ ਕਰਕੇ ਤੁਸੀਂ ਆਪਣਾ ਸਾਰਾ ਪ੍ਰੋਸਪੈਕਟਸ ਡਿਟੇਲ ਦੇ ਵਿੱਚ ਦੇਖ ਸਕਦੇ ਹੋ। ਕਲਿੱਕ ਕਰਦੇ ਆ ਫਸਟ ਤੇ ਜਿਸ ਤਰ੍ਹਾਂ ਦੀ ਸਕਰੀਨ ਤੁਹਾਡੇ ਸਾਹਮਣੇ ਓਪਨ ਹੋ ਜਾਏਗੀ। ਸਭ ਤੋਂ ਪਹਿਲਾਂ ਇੱਥੇ ਆਪਾਂ ਡੇਟਸ ਦੀ ਗੱਲ ਕਰ ਲਈਏ ਤਾਂ ਲਾਸਟ ਡੇਟ ਇਸ ਨੂੰ ਫਿਲ ਕਰਨ ਲਈ ਉਹ ਹੈ 31 ਜਨਵਰੀ 2023 ਐਂਡ ਐਗਜ਼ਾਮ ਜੋ ਹੋਏਗਾ 29 ਅਪ੍ਰੈਲ 2023, 29/4/2023। ਦੋਨੋਂ ਹੀ ਡੇਟਸ ਕਾਫੀ ਇੰਪੋਰਟੈਂਟ ਹੈਗੀਆਂ। ਫਿਲ ਕਰਨ ਦੀ ਡੇਟ ਜਿਹੜੀ ਹੈ ਲਾਸਟ 31 ਜਨਵਰੀ ਹੈ ਤੇ ਐਗਜ਼ਾਮ ਹੋਏਗਾ 29 ਅਪ੍ਰੈਲ ਨੂੰ। ਲਿਖਿਆ ਹੋਇਆ ਆਨਲਾਈਨ ਐਪਲੀਕੇਸ਼ਨ ਫਾਰਮ ਐਡਮਿਸ਼ਨ ਟੂ ਕਲਾਸ 6 2023-24 ਜਿਸ ਦੇ ਵਿੱਚ ਮੈਂਡੇਟਰੀ ਇਨਫੋਰਮੇਸ਼ਨ ਤੁਸੀਂ ਇਹ ਫਿਲ ਕਰਨੀ ਹੈ ਤੇ ਇਸ ਇਨਫੋਰਮੇਸ਼ਨ ਨੂੰ ਫਿਲ ਕਰਨ ਤੋਂ ਪਹਿਲਾਂ ਜੋ ਵੀ ਸਾਈਟ ਤੇ ਇਨਫੋਰਮੇਸ਼ਨ ਇੰਪੋਰਟੈਂਟ ਦਿੱਤੀ ਗਈ ਹੈ ਤੁਸੀਂ ਉਸ ਨੂੰ ਡਿਟੇਲ ਦੇ ਵਿੱਚ ਪੜ੍ਹ ਸਕਦੇ ਹੋ ਤੇ ਉਹ ਪੜ੍ਹਨ ਤੋਂ ਬਾਅਦ ਪ੍ਰੋਸਪੈਕਟਸ ਨੂੰ ਪੂਰੀ ਚੰਗੀ ਤਰ੍ਹਾਂ ਪੜ੍ਹਨ ਤੋਂ ਬਾਅਦ ਹੀ ਤੁਸੀਂ ਇੱਥੇ ਰਜਿਸਟ੍ਰੇਸ਼ਨ ਕਰਨਾ। ਸਭ ਤੋਂ ਪਹਿਲਾਂ ਇੱਥੇ ਹੈ The candidate has already passed or studied class 5th prior to session 2022-23। ਕੀ ਕੈਂਡੀਡੇਟ 5ਵੀਂ ਦੇ ਵਿੱਚ ਪੜ੍ਹ ਰਿਹਾ ਹੈ ਜਾਂ 5ਵੀਂ ਪਾਸ ਆਊਟ ਕਰ ਚੁੱਕਿਆ ਹੈ। ਅਗਰ ਤੁਸੀਂ ਇੱਥੇ ਨੋ ਕਰਦੇ ਹੋ ਤਦ ਹੀ ਤੁਸੀਂ ਇੱਥੇ ਐਲੀਜੀਬਲ ਹੋ, ਯਾਨੀ ਕਿ ਜਿਹੜਾ ਕੈਂਡੀਡੇਟ ਹੈ ਜੋ ਸਟੂਡੈਂਟ ਹੈ ਉਹ 5th ਕਲਾਸ ਦੇ ਵਿੱਚ ਪੜ੍ਹਦਾ ਹੋਣਾ ਚਾਹੀਦਾ ਹੈ। ਜੇ ਉਹ 5ਵੀਂ ਕਲਾਸ ਪਾਸ ਕਰ ਚੁੱਕਿਆ ਹੈ ਸੋ ਇਸ ਨੂੰ ਆਪਾਂ ਨੋ ਕਰਾਂਗੇ। ਨੈਕਸਟ ਹੈ ਦਾ ਕੈਂਡੀਡੇਟ ਹੈਜ਼ ਅਪੀਅਰਡ ਇਨ JNVST ਅਰਲੀਅਰ। ਕਿਆ ਉਹ ਪਹਿਲਾਂ ਵੀ ਇਸ ਐਗਜ਼ਾਮ ਦੇ ਵਿੱਚ ਅਪੀਅਰ ਕਰ ਚੁੱਕਿਆ। ਤਾਂ ਅਗਰ ਤੁਸੀਂ ਇੱਥੇ ਯੈਸ ਕਰਦੇ ਹੋ
ਤਦ ਵੀ ਤੁਸੀਂ ਇੱਥੇ ਐਲੀਜੀਬਲ ਨਹੀਂ ਹੁੰਦੇ। ਦੂਸਰੀ ਵਾਰ ਇਹ ਪੇਪਰ ਨਹੀਂ ਦੇ ਰਿਹਾ ਹੋਣਾ ਚਾਹੀਦਾ, ਪਹਿਲੀ ਵਾਰ ਹੀ ਇਹ ਪੇਪਰ ਦੇ ਰਿਹਾ ਹੋਣਾ ਚਾਹੀਦਾ। ਸੋ ਇੱਥੇ ਆਪਾਂ ਨੋ ਕਰਾਂਗੇ। ਹੈਵ ਯੂ ਰੀਡ ਦ ਪ੍ਰੋਸਪੈਕਟਸ, ਕਿ ਤੁਸੀਂ ਪਹਿਲਾਂ ਪ੍ਰੋਸਪੈਕਟਸ ਪੜ੍ਹ ਚੁੱਕੇ ਹੋ, ਤਾਂ ਆਪਾਂ ਇਸ ਨੂੰ ਯੈਸ ਕਰਾਂਗੇ ਇੱਥੇ। ਵੈਦਰ ਯੂਅਰ ਡਿਸਟ੍ਰਿਕਟ ਆਫ ਰੈਜ਼ੀਡੈਂਸ ਐਂਡ ਕਲਾਸ 5th ਸਟੱਡੀ ਇਜ਼ ਸੇਮ, ਤਾਂ ਜਿੱਥੇ ਉਹ ਕੈਂਡੀਡੇਟ ਰਹਿੰਦਾ ਹੈ, ਰੈਜ਼ੀਡੈਂਸ ਹੈ ਉਸਦੀ, ਤੇ ਪਲੱਸ ਜਿਸ ਡਿਸਟ੍ਰਿਕਟ ਦੇ ਵਿੱਚ ਉਹ ਆਪਣੀ 5ਵੀਂ ਕਲਾਸ ਪੜ੍ਹ ਰਿਹਾ ਹੈ, ਉਹ ਦੋਨੋਂ ਹੀ ਰੈਜ਼ੀਡੈਂਸ ਜਿਹੜੇ ਸੇਮ ਹੋਣੇ ਚਾਹੀਦੇ ਆ। ਅਗਰ ਤੁਸੀਂ ਇੱਥੇ ਨੋ ਕਰਦੇ ਹੋ ਤਾਂ ਤੁਸੀਂ ਇੱਥੇ ਐਲੀਜੀਬਲ ਨਹੀਂ ਹੋਵੋਗੇ, ਤਾਂ ਤੁਹਾਡੀ ਉਹ ਦੋਨੋਂ ਹੀ ਚੀਜ਼ਾਂ ਯਾਨੀ ਕਿ ਕੈਂਡੀਡੇਟ ਦੀਆਂ ਦੋਨੋਂ ਚੀਜ਼ਾਂ ਸੇਮ ਹੋਣੀਆਂ ਚਾਹੀਦੀਆਂ ਨੇ। ਸੋ ਆਪਾਂ ਇੱਥੇ ਯੈਸ ਕਰਾਂਗੇ। ਇਜ਼ ਦਾ ਸਟੱਡੀ ਸਰਟੀਫਿਕੇਟ ਸਾਈਨਡ ਬਾਈ ਦਾ ਹੈਡਮਾਸਟਰ ਆਫ ਦਾ ਸਕੂਲ, ਤਾਂ ਜਿਹੜਾ ਸਰਟੀਫਿਕੇਟ ਆਪਾਂ ਤੁਹਾਨੂੰ ਸ਼ੋਅ ਕੀਤਾ ਸੀ, ਉਹ ਸਰਟੀਫਿਕੇਟ ਜਿਹੜਾ ਹੈਡਮਾਸਟਰ ਦੇ ਥਰੂ ਵੈਰੀਫਾਈ ਹੋਣਾ ਚਾਹੀਦਾ। ਸੋ ਆਪਾਂ ਇੱਥੇ ਯੈਸ ਕਰਾਂਗੇ। ਤੇ ਇਹ ਸਰਟੀਫਿਕੇਟ ਤੁਹਾਨੂੰ ਪ੍ਰੋਸਪੈਕਟਸ ਦੇ ਲਾਸਟ ਦੇ ਵਿੱਚ ਮਿਲ ਜਾਏਗਾ, ਉੱਥੇ ਤੁਸੀਂ ਪ੍ਰਿੰਟ ਨਿਕਲਵਾ ਸਕਦੇ ਹੋ। ਵੈਦਰ ਦਾ ਕੈਂਡੀਡੇਟ ਹੈਜ਼ ਬੀਨ ਪ੍ਰਮੋਟਡ ਫਰੋਮ ਕਲਾਸ 4th ਐਂਡ ਐਡਮਿਟਡ ਟੂ ਕਲਾਸ 5th ਬਿਫੋਰ 31 ਜੁਲਾਈ 2022, ਤਾਂ 31 ਜੁਲਾਈ 2022 ਤੋਂ ਪਹਿਲਾਂ ਉਹ ਚੌਥੀ ਪਾਸ ਕਰਕੇ 5ਵੀਂ ਦੇ ਵਿੱਚ ਉਸਦੀ ਐਡਮਿਸ਼ਨ ਹੋ ਚੁੱਕੀ ਹੋਣੀ ਚਾਹੀਦੀ ਆ। 5ਵੀਂ ਦੇ ਵਿੱਚ ਉਹ ਪੜ੍ਹ ਰਿਹਾ ਹੋਣਾ ਚਾਹੀਦਾ ਤੇ ਚੌਥੀ ਪਾਸ ਕਰ ਚੁੱਕਿਆ ਹੋਵੇ। ਸੋ ਆਪਾਂ ਇੱਥੇ ਕਰਾਂਗੇ ਯੈਸ। ਅਗਰ ਤੁਸੀਂ ਇੱਥੇ ਨੋ ਕਰਦੇ ਹੋ ਤਾਂ ਤੁਸੀਂ ਉਹ ਕੈਂਡੀਡੇਟ ਇੱਥੇ ਐਲੀਜੀਬਲ ਨਹੀਂ ਹੋਵੇਗਾ। ਸੋ ਇੱਥੇ ਆਪਾਂ ਕਰਾਂਗੇ ਯੈਸ। ਉਸ ਤੋਂ ਬਾਅਦ ਆਪਾਂ ਇੱਥੇ ਫਿਲ ਕਰਨੀ ਹੈ ਕੈਂਡੀਡੇਟ ਦਾ ਆਧਾਰ ਨੰਬਰ ਉਸਦੀ ਆਧਾਰ ਡਿਟੇਲ ਹੈ ਜਾਂ ਨਹੀਂ। ਅਗਰ ਤੁਸੀਂ ਇੱਥੇ ਯੈਸ ਕਰ ਦਿਓ ਤਾਂ ਤੁਸੀਂ ਅੱਗੇ ਉਸਦਾ ਆਧਾਰ ਨੰਬਰ ਜਿਹੜਾ ਉਹ ਫਿਲ ਕਰਨਾ ਹੈ। ਲੇਕਿਨ ਬਾਈ ਚਾਂਸ ਅਗਰ ਤੁਹਾਡੇ ਕੋਲ ਆਧਾਰ ਡਿਟੇਲਸ ਉਸਦੀਆਂ ਨਹੀਂ ਹੈਗੀਆਂ ਤਾਂ ਤੁਸੀਂ ਇੱਥੇ ਨੋ ਕਰੋਗੇ। ਤਾਂ ਇਸ ਤਰ੍ਹਾਂ ਦਾ ਤੁਹਾਡੇ ਪਾਸ ਮੈਸੇਜ ਸ਼ੋ ਹੋਏਗਾ, ਯੂਅਰ ਰਜਿਸਟ੍ਰੇਸ਼ਨ ਵਿਲ ਬੀ ਪ੍ਰੋਵੀਜ਼ਨਲ, please upload any government approved residence certificate of the parent from the district in which candidate is studying in class 5। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ upload any government approved residence certificate of the parent from the district in which candidate is studying in class 5। ਤਾਂ ਜਿਸ ਜ਼ਿਲ੍ਹੇ ਵਿੱਚ ਵਿਦਿਆਰਥੀ ਜਿਹੜਾ ਹੈ ਉਹ 5ਵੀਂ ਕਲਾਸ ਵਿੱਚ ਪੜ੍ਹ ਰਿਹਾ ਹੈ, ਉਸ ਜ਼ਿਲ੍ਹੇ ਦੇ ਵਿੱਚ ਰੈਜ਼ੀਡੈਂਸ ਦਾ ਸਰਟੀਫਿਕੇਟ ਆਫ ਪੇਰੈਂਟ, ਮਾਤਾ ਪਿਤਾ ਦਾ ਜਿਹੜਾ ਰੈਜ਼ੀਡੈਂਸ ਸਰटिफिकेट है वो तुसी ਇੱਥੇ अपलोड कर सकते हो। इस जिले में अभ्यर्थी कक्षा 5वीं में पढ़ रहा है, उसके माता पिता का कोई भी सरकार द्वारा अनुमोदित निवास प्रमाण पत्र अपलोड करें। तो साइज 50 ਤੋਂ 300 KB ਦੇ ਵਿੱਚ ਹੋਣਾ ਚਾਹੀਦਾ। ਅਦਰਵਾਈਜ਼ ਅਗਰ ਤੁਹਾਡੇ ਕੋਲ ਆਧਾਰ ਡਿਟੇਲਸ ਹੈਗੀਆਂ ਨੇ, ਆਧਾਰ ਨੰਬਰ ਹੈਗਾ, ਤਾਂ ਤੁਸੀਂ ਉੱਥੇ ਆਧਾਰ ਨੰਬਰ ਹੀ ਫਿਲ ਕਰ ਦਿਓ। ਆਪਣੇ ਕੋਲ ਇੱਥੇ ਆਧਾਰ ਨੰਬਰ ਆਪਾਂ ਇੱਥੇ ਫਿਲ ਕਰਦੇ ਹਾਂ ਤੇ ਆਧਾਰ ਨੰਬਰ ਫਿਲ ਕਰਕੇ ਦੇਖਦੇ ਹਾਂ। ਜਿਵੇਂ ਆਪਾਂ ਉੱਥੇ ਆਧਾਰ ਨੰਬਰ ਫਿਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਸਕਰੀਨ ਤੁਹਾਡੇ ਸਾਹਮਣੇ ਸ਼ੋ ਹੋ ਜਾਏਗੀ। ਆਧਾਰ ਆਥੈਂਟੀਕੇਸ਼ਨ 6 ਡਿਜਿਟ ਦਾ OTP ਜਿਹੜਾ ਹੈ ਤੁਹਾਡੇ ਕੋਲ, ਇੱਕ ਤੁਹਾਡੇ ਮੋਬਾਈਲ ਨੰਬਰ ਰਜਿਸਟਰ ਹੋਏਗਾ ਉਸ ਆਧਾਰ ਕਾਰਡ ਦੇ ਨਾਲ, ਤਾਂ ਉੱਥੇ ਤੁਹਾਡੇ ਕੋਲ ਇੱਕ OTP ਆ ਜਾਏਗਾ ਤੇ ਉਹ OTP ਤੁਸੀਂ ਇੱਥੇ ਫਿਲ ਕਰਨਾ ਹੈ। ਹਾਂਜੀ, OTP ਫਿਲ ਕਰਨ ਤੋਂ ਬਾਅਦ ਇਸ ਤਰ੍ਹਾਂ ਦੀ ਸਕਰੀਨ ਤੁਹਾਡੇ ਸਾਹਮਣੇ ਸ਼ੋ ਹੋਏਗੀ। ਦੇਖੋ ਇੱਥੇ ਲਿਖਿਆ ਹੋਇਆ ਆਨਲਾਈਨ ਐਪਲੀਕੇਸ਼ਨ ਫॉर ਐਡਮਿਸ਼ਨ ਟੂ ਕਲਾਸ 6 2023-24 ਇਨ ਜਵਾਹਰ ਨਵੋਦਿਆ ਵਿਦਿਆਲਿਆ, ਤੇ ਇਹ ਫਾਰਮ ਉਸ ਤੋਂ ਬਾਅਦ ਤੁਸੀਂ ਸਬਮਿਟ ਕਰਨਾ ਹੈ। ਨੋਟ ਦਿੱਤਾ ਗਿਆ ਆਲ ਦਾ ਇਨਫੋਰਮੇਸ਼ਨ ਵਿਚ ਵਿਲ ਬੀ ਸਬਮਿਟਡ ਸ਼ੁੱਡ ਬੀ ਕਰੈਕਟ ਸਬਜੈਕਟਡ ਟੂ ਵੈਲੀਡੇਸ਼ਨ। ਤਾਂ ਦੇਖੀਏ ਆਪਾਂ ਇਸ ਦੇ ਵਿੱਚ ਕਿਹੜੀ ਇਨਫੋਰਮੇਸ਼ਨ ਫਿਲ ਕਰਨੀ ਹੈ। ਸਿਲੈਕਟ ਦਾ ਸਟੇਟ ਇਨ ਵਿਚ ਦਾ ਕੈਂਡੀਡੇਟ ਇਜ਼ ਸਟੱਡਿੰਗ ਇਨ ਕਲਾਸ 5, ਤਾਂ 5th ਕਲਾਸ ਦੇ ਵਿੱਚ ਉਹ ਕਿਹੜੀ ਸਟੇਟ ਦੇ ਵਿੱਚ ਪੜ੍ਹ ਰਿਹਾ ਹੈ ਉਹ ਤੁਸੀਂ ਇੱਥੇ ਮੈਂਸ਼ਨ ਕਰੋਗੇ। ਤਾਂ ਇੱਥੇ ਆਪਾਂ ਪੰਜਾਬ ਫਿਲ ਕਰਾਂਗੇ। ਦੂਸਰਾ ਹੈ ਸਿਲੈਕਟ ਦਾ ਡਿਸਟ੍ਰਿਕਟ ਇਨ ਵਿਚ ਦਾ ਕੈਂਡੀਡੇਟ ਇਜ਼ ਸਟੱਡਿੰਗ ਇਨ ਕਲਾਸ 5th, ਤਾਂ ਇੱਥੇ ਆਪਾਂ ਤੁਸੀਂ ਆਪਣਾ ਡਿਸਟ੍ਰਿਕਟ ਜਿਹੜਾ ਉਹ ਫਿਲ ਕਰ ਸਕਦੇ ਹੋ। ਅਦਰਵਾਈਜ਼ ਸਾਰੀ ਹੀ ਇਨਫੋਰਮੇਸ਼ਨ ਜਿਹੜੀ ਆ ਉਹ ਆਧਾਰ ਦੇ ਜਿਹੜਾ ਆਧਾਰ ਤੁਸੀਂ ਨੰਬਰ ਇੱਥੇ ਫਿਲ ਕੀਤਾ ਉਸ ਦੇ ਨਾਲ ਜੋ ਇਨਫੋਰਮੇਸ਼ਨ ਅਟੈਚ ਹੁੰਦੀ ਆ ਉਸ ਆਪਣੇ ਆਪ ਹੀ ਜਿਹੜਾ ਉਹ ਲੈ ਲਏਗਾ। ਉਸ ਤੋਂ ਬਾਅਦ ਹੈ ਸਿਲੈਕਟ ਦਾ ਰੈਜ਼ੀਡੈਂਸ਼ੀਅਲ ਸਟੇਟ, ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਰੈਜ਼ੀਡੈਂਸ਼ੀਅਲ ਸਟੇਟ ਇੱਥੇ ਫਿਲ ਕਰਨੀ ਹੈ। ਸਿਲੈਕਟ ਦਾ ਰੈਜ਼ੀਡੈਂਸ਼ੀਅਲ ਡਿਸਟ੍ਰਿਕਟ ਜੋ ਕਿ ਸੇਮ ਹੀ ਹੋਏਗੀ ਉੱਪਰ ਵਾਲੇ ਦੇ ਨਾਲ। ਸਿਲੈਕਟ ਦਾ ਬਲੋਕ ਇਨ ਵਿਚ ਦਾ ਕੈਂਡੀਡੇਟ ਇਜ਼ ਸਟੱਡਿੰਗ ਇਨ ਕਲਾਸ 5th, ਵਿਦਿਆਰਥੀ ਜਿਹੜੇ ਬਲੋਕ ਵਿੱਚ 5ਵੀਂ ਕਲਾਸ ਵਿੱਚ ਪੜ੍ਹ ਰਿਹਾ ਤੁਸੀਂ ਉਸ ਬਲੋਕ ਦਾ ਨਾਮ ਇੱਥੇ ਫਿਲ ਕਰ ਦੋਗੇ। ਨੇਮ ਆਫ ਦਾ ਸਕੂਲ ਇਨ ਵਿਚ ਦਾ ਕੈਂਡੀਡੇਟ ਇਜ਼ ਸਟੱਡਿੰਗ ਇਨ ਕਲਾਸ 5th, ਤਾਂ ਇੱਥੇ ਵਿਦਿਆਰਥੀ ਦੇ ਸਕੂਲ ਦਾ ਨਾਮ ਆ ਜਾਏਗਾ। ਨੇਮ ਆਫ ਦਾ ਕੈਂਡੀਡੇਟ, ਇਹ ਜਿਹੜਾ ਹੈ ਆਧਾਰ ਕਾਰਡ ਨਾਲ ਜੋ ਵੀ ਡਾਟਾ ਲਿੰਕ ਹੈ ਉੱਥੋਂ ਉਹ ਇਹ ਇਨਫੋਰਮੇਸ਼ਨ ਆਪਣੇ ਆਪ ਹੀ ਹੋਣ ਲੱਗ ਜਾਏਗਾ। ਇਸ 'ਤੇ ਤੁਸੀਂ ਮੋਬਾਈਲ ਨੰਬਰ ਫਿਲ ਕਰ ਸਕਦੇ ਹੋ, ਡੇਟ ਆਫ ਬਰਥ ਜਿਹੜਾ ਉਹ ਆਪਣੇ ਆਪ ਸ਼ੋ ਹੋਏਗੀ, ਈਮੇਲ ID ਫਿਲ ਕਰ ਸਕਦੇ ਹੋ, ਮਦਰਸ ਨੇਮ, ਫਾਦਰਸ ਨੇਮ ਤੁਸੀਂ ਇੱਥੇ ਫਿਲ ਕਰੋਗੇ। ਤੇ ਅੱਗੇ ਲਿਖਿਆ ਹੋਇਆ ਨੇਮ ਆਫ ਦਾ ਗਾਰਜਨ ਆਪਸ਼ਨਲ, ਇੱਥੇ ਆਪਸ਼ਨਲ ਹੈ, ਅਗਰ ਮਾਤਾ ਪਿਤਾ ਹੈ ਤਾਂ ਉਹਨਾਂ ਦੇ ਨਾਮ ਇੱਥੇ ਆ ਜਾਣਗੇ। ਰਿਲੇਸ਼ਨਸ਼ਿਪ ਵਿਦ ਗਾਰਜਨ ਇਹ ਵੀ ਆਪਸ਼ਨਲ ਹੀ ਰਹੇਗਾ। ਉਸ ਤੋਂ ਬਾਅਦ ਤੁਸੀਂ ਇੱਥੇ ਨੈਸ਼ਨੈਲਿਟੀ ਆਫ ਦਾ ਕੈਂਡੀਡੇਟ ਫਿਲ ਕਰਨੀ ਹੈ ਜੋ ਕਿ ਹੋਏਗੀ ਇੰਡੀਅਨ। ਉਸ ਤੋਂ ਬਾਅਦ ਆਈਡੈਂਟੀਫਿਕੇਸ਼ਨ ਮਾਰਕ ਤੁਸੀਂ ਇੱਥੇ ਕੋਈ ਨਾ ਕੋਈ ਪਹਿਚਾਣ ਚਿੰਨ੍ਹ ਕੈਂਡੀਡੇਟ ਦਾ ਫਿਲ ਕਰਨਾ ਹੈ। ਜੈਂਡਰ ਤੁਸੀਂ ਇੱਥੇ ਫਿਲ ਕਰਨਾ ਹੈ ਮੇਲ ਜਾਂ ਫੀਮੇਲ, ਆਧਾਰ ਕਾਰਡ ਦੇ ਨਾਲ ਜੋ ਡੇਟਾ ਲਿੰਕ ਹੈ ਉਸ ਦੇ ਅਕੋਰਡਿੰਗ ਇੱਥੇ ਜੋ ਜੈਂਡਰ ਹੈ ਆਪਣੇ ਆਪ ਸ਼ੋ ਹੋਏਗਾ। ਅਗਰ ਤੁਸੀਂ ਕੁਝ ਐਡਿਟ ਵਗੈਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਕਰ ਸਕਦੇ ਹੋ। ਉਸ ਤੋਂ ਬਾਅਦ ਕੈਟੇਗਰੀ ਇੱਥੇ ਸ਼ੋ ਹੋਏਗੀ, ਜਨਰਲ, SC ST OBC ਜੋ ਵੀ ਕੈਟੇਗਰੀ ਹੈ ਕੈਂਡੀਡੇਟ ਦੇ ਤੋਂ ਉਹ ਤੁਸੀਂ ਇੱਥੇ ਫਿਲ ਕਰੋਗੇ। ਐਡਰੈਸ ਹੈ, ਪਿਨ ਕੋਡ ਹੈ, ਮੀਡੀਅਮ ਆਫ ਐਗਜ਼ਾਮੀਨੇਸ਼ਨ, ਜਿਸ ਮੀਡੀਅਮ ਵਿੱਚ ਵਿਦਿਆਰਥੀ ਪੇਪਰ ਦੇਣਾ ਚਾਹੁੰਦਾ ਹੈ ਉਹ ਤੁਸੀਂ ਮੀਡੀਅਮ ਇੱਥੇ ਫਿਲ ਕਰ ਸਕਦੇ ਹੋ। ਅਗਰ ਤੁਸੀਂ ਪੰਜਾਬੀ ਵਿੱਚ ਪੇਪਰ ਦੇਣਾ ਚਾਹੁੰਦੇ ਹੋ, ਤੁਹਾਡਾ ਵਿਦਿਆਰਥੀ ਪੰਜਾਬੀ ਵਿੱਚ ਪੇਪਰ ਦੇਣਾ ਚਾਹੁੰਦਾ ਹੈ ਤਾਂ ਤੁਸੀਂ ਇੱਥੇ ਪੰਜਾਬੀ, ਹਿੰਦੀ, ਇੰਗਲਿਸ਼, ਪੰਜਾਬੀ ਵਿੱਚੋਂ ਪੰਜਾਬੀ ਚੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ STD ਕੋਡ, ਟੈਲੀਫੋਨ ਨੰਬਰ ਜਿਹੜਾ ਤੁਸੀਂ ਇੱਥੇ ਫਿਲ ਕਰਨਾ ਹੈ। ਡਿਸੇਬਿਲਿਟੀ ਇਫ ਐਨੀ, ਅਗਰ ਕੋਈ ਡਿਸੇਬਿਲਿਟੀ ਹੈ ਤਾਂ ਉਹ ਤੁਸੀਂ ਇੱਥੇ ਫਿਲ ਕਰੋਗੇ। ਲੈਸ ਦੈਨ 40% ਡਿਸੇਬਿਲਿਟੀ ਜਿਹੜੀ ਉਹ ਇੱਥੇ ਨਹੀਂ ਮੰਨੀ ਜਾਏਗੀ, ਸਿਰਫ 40% ਤੋਂ ਉੱਤੇ ਅਗਰ ਕਿਸੇ ਦੀ ਕੋਈ ਡਿਸੇਬਿਲਿਟੀ ਹੈ ਉਹੀ ਇੱਥੇ ਐਲੀਜੀਬਲ ਹੋਏਗੀ। ਤੇ ਉਸ ਤੋਂ ਬਾਅਦ ਇੱਥੇ ਪਰਸੈਂਟੇਜ ਆਫ ਡਿਸੇਬਿਲਿਟੀ ਆ ਜਾਏਗੀ ਕਿ ਦੀ ਕਿੰਨੇ ਪ੍ਰਤੀਸ਼ਤ ਤਾਂ ਉਸ ਦੇ ਵਿੱਚ ਵਿਕਲਾਂਗਤਾ ਹੈ ਉਹ ਪ੍ਰਤੀਸ਼ਤ ਇੱਥੇ ਤੁਸੀਂ ਮੈਂਸ਼ਨ ਕਰ ਦੋਗੇ।
ਉਸ ਤੋਂ ਬਾਅਦ ਇੱਥੇ ਰਿਲੀਜਨ ਹੈ, ਹਿੰਦੂ, ਸਿੱਖ, ਈਸਾਈ, ਜੋ ਵੀ ਉਸਦਾ ਧਰਮ ਹੈ ਉਹ ਤੁਸੀਂ ਇੱਥੇ ਮੈਂਸ਼ਨ ਕਰਨਾ ਹੈ। ਹਾਂਜੀ, ਉਸ ਤੋਂ ਬਾਅਦ ਇੱਥੇ ਆਧਾਰ ਨੰਬਰ ਆ ਜਾਏਗਾ। ਉਸ ਤੋਂ ਬਾਅਦ ਐਨੂਅਲ ਇਨਕਮ ਆਫ ਪੇਰੈਂਟਸ ਤੁਸੀਂ ਇੱਥੇ ਮੈਂਸ਼ਨ ਕਰ ਦੋਗੇ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਪ੍ਰੀਵੀਅਸ ਸਕੂਲ ਡਿਟੇਲ, ਤਾਂ 3rd ਸਟੈਂਡਰਡ ਦੀ ਡਿਟੇਲ, 4th ਸਟੈਂਡਰਡ ਯਾਨੀ ਕਿ ਤੀਜੀ ਕਲਾਸ, ਤੀਜੀ ਜਮਾਤ, ਚੌਥੀ ਜਮਾਤ ਤੇ ਪੰਜਵੀਂ ਜਮਾਤ, ਇਹਨਾਂ 3 ਸਾਲਾਂ ਦਾ ਜਿਹੜਾ ਡਾਟਾ ਹੈ ਤੁਸੀਂ ਇੱਥੇ ਪੂਰਾ ਫਿਲ ਕਰੋਗੇ। ਨੇਮ ਆਫ ਦਾ ਸਟੇਟ ਕਿ ਉਹਨਾਂ ਨੇ 3rd ਕਲਾਸ, 4th ਕਲਾਸ ਤੇ 5th ਕਲਾਸ ਕਿਹੜੀ ਸਟੇਟ ਤੋਂ ਕੀਤੀ ਹੈ, ਕਿਹੜੇ ਡਿਸਟ੍ਰਿਕਟ ਤੋਂ ਕੀਤੀ ਹੈ, ਉਸ ਕਲਾਸ ਦੇ ਵਿੱਚ ਉਹ ਕਿਹੜੇ ਬਲੋਕ ਦੇ ਵਿੱਚ ਪੜ੍ਹ ਰਿਹਾ ਸੀ, ਉਸਦੇ ਪਿੰਡ ਦਾ ਨਾਮ, ਸਕੂਲ ਦਾ ਨਾਮ, ਸਕੂਲ ਰਿਕੋਗਨਾਈਜ਼ ਸੀ ਜਾਂ ਨਹੀਂ ਸੀ ਤਾਂ ਉਸਦੇ ਬਾਰੇ ਸਾਰੀ ਜਾਣਕਾਰੀ, ਸਕੂਲ ਲੋਕੇਸ਼ਨ ਤੇ ਕਿਹੜੇ ਸਾਲ ਵਿੱਚ ਉਸਨੇ ਐਡਮਿਸ਼ਨ ਲਿੱਤੀ ਤੇ ਕਿਹੜੇ ਸਾਲ ਵਿੱਚ ਇਹ ਕਲਾਸ ਪਾਸ ਕੀਤੀ, ਤਾਂ ਪੂਰੀ ਇਨਫੋਰਮੇਸ਼ਨ ਜਿਹੜੀ ਤੁਸੀਂ 3 ਸਾਲਾਂ ਦੀ ਇੱਥੇ ਮੈਂਸ਼ਨ ਕਰੋਗੇ। ਹਾਂਜੀ, ਉਸ ਤੋਂ ਬਾਅਦ ਅੰਡਰਟੇਕਿੰਗ ਹੈ, ਅੰਡਰਟੇਕਿੰਗ ਬਾਈ ਕੈਂਡੀਡੇਟ ਜੋ ਕਿ ਆਲਰੇਡੀ ਫਿਲ ਕੀਤੀ ਗਈ ਹੈ, ਉਹ ਤੁਸੀਂ ਇੱਥੇ ਦੇਖ ਸਕਦੇ ਹੋ। ਦਾ ਕੈਂਡੀਡੇਟ ਹੈਜ਼ ਆਲਰੇਡੀ ਪਾਸਡ ਔਰ ਸਟੱਡੀਡ 5th ਕਲਾਸ 5th, ਤਾਂ ਇਹ ਜੋ ਇਨਫੋਰਮੇਸ਼ਨ ਆਪਾਂ ਪਹਿਲਾਂ ਫਿਲ ਕੀਤੀ ਸੀ ਉਹੀ ਅੰਡਰਟੇਕਿੰਗ ਹੈ। ਇੱਥੇ ਹੈ ਅਪਲੋਡ ਕਰਨਾ ਹੈ ਕੈਂਡੀਡੇਟ ਦੀ ਫੋਟੋ, ਕੈਂਡੀਡੇਟ ਦੀ ਫੋਟੋ ਇੱਥੇ ਅਪਲੋਡ ਕੀਤੀ ਜਾਏਗੀ, ਜਿਸ ਦਾ ਤੁਸੀਂ ਫਾਰਮੈਟ ਦੇਖ ਸਕਦੇ ਹੋ। ਜਿਹੜੀ ਫੋਟੋ ਹੈ 10 ਤੋਂ ਲੈ ਕੇ 100 KB ਦੇ ਵਿੱਚ ਹੋਣੀ ਚਾਹੀਦੀ ਹੈ। ਇਸ ਤਰਫ ਅਪਲੋਡ ਕੈਂਡੀਡੇਟ ਸਿਗਨੇਚਰ, ਇੱਥੇ ਸਿਗਨੇਚਰ ਜਿਹੜੇ ਅਪਲੋਡ ਕੀਤੇ ਜਾਣਗੇ, ਸਿਗਨੇਚਰ ਦਾ ਸਾਈਜ਼ ਵੀ 10 ਤੋਂ ਲੈ ਕੇ 100 KB ਦੇ ਵਿੱਚ ਹੋਏਗਾ ਅਤੇ ਫਾਰਮੈਟ ਦੋਨਾਂ ਦਾ ਹੀ JPG ਜਾਂ JPEG ਫਾਰਮੈਟ ਜਿਹੜਾ ਇੱਥੇ ਰਹੇਗਾ। ਨੀਚੇ ਤੁਸੀਂ ਦੇਖ ਸਕਦੇ ਹੋ ਅਪਲੋਡ ਪੇਰੈਂਟ ਸਿਗਨੇਚਰ, ਇੱਥੇ ਤੁਸੀਂ ਸਿਗਨੇਚਰ ਮਾਤਾ ਪਿਤਾ ਦੇ ਸਿਗਨੇਚਰ ਨੂੰ ਅਪਲੋਡ ਕਰੋਗੇ, ਉਹ ਵੀ 10 ਤੋਂ ਲੈ ਕੇ 100 KB ਦੇ ਵਿੱਚ JPG ਫਾਰਮੈਟ ਦੇ ਵਿੱਚ ਹੋਣਾ ਚਾਹੀਦਾ। ਤੇ ਇਸ ਤਰਫ ਤੁਸੀਂ ਅਪਲੋਡ ਸਟੱਡੀ ਸਰਟੀਫਿਕੇਟ, ਜੋ ਹੈਡਮਾਸਟਰ ਤੋਂ ਆਪਾਂ ਸਰਟੀਫਿਕੇਟ ਤੁਹਾਨੂੰ ਸ਼ੋ ਕੀਤਾ ਸੀ, ਤੁਸੀਂ ਉਹ ਵੈਰੀਫਾਈ ਕਰਵਾਉਣਾ ਹੈ ਤੇ ਉਹ ਸਰਟੀਫਿਕੇਟ ਦੀ ਜਿਹੜੀ ਸੌਫਟ ਕਾਪੀ ਹੈ ਉਹ ਤੁਸੀਂ ਇੱਥੇ ਅਪਲੋਡ ਕਰੋਗੇ। ਲੇਕਿਨ ਜਿਹੜਾ ਸਰਟੀਫਿਕੇਟ ਤੁਸੀਂ ਅਪਲੋਡ ਕਰਨਾ ਹੈ ਉਸਦਾ ਜਿਹੜਾ ਸਾਈਜ਼ ਹੈ ਉਹ 50 ਤੋਂ ਲੈ ਕੇ 300 KB ਦੇ ਵਿੱਚ ਹੋਣਾ ਚਾਹੀਦਾ ਹੈ ਤੇ JPG ਫਾਰਮੈਟ ਦੇ ਵਿੱਚ ਹੋਣਾ ਚਾਹੀਦਾ ਹੈ। ਤਾਂ ਕੈਂਡੀਡੇਟ ਦੀ ਸਿਗਨੇਚਰ, ਕੈਂਡੀਡੇਟ ਦੀ ਫੋਟੋ, ਪੇਰੈਂਟਸ ਦੇ ਸਿਗਨੇਚਰ, ਇਹ ਤਿੰਨੋਂ ਹੀ ਜਿਹੜਾ ਸਾਈਜ਼ ਹੈ ਉਹ 10 ਤੋਂ ਲੈ ਕੇ 100 KB ਦੇ ਵਿੱਚ ਹੈ। ਲੇਕਿਨ ਜਿਹੜਾ ਸਰਟੀਫਿਕੇਟ ਹੈ ਉਸਦਾ ਸਾਈਜ਼ 50 ਤੋਂ ਲੈ ਕੇ 300 KB ਦੇ ਵਿੱਚ ਹੈ। ਇਹ ਅਪਲੋਡ ਕਰਨ ਤੋਂ ਬਾਅਦ ਤੁਸੀਂ ਸੇਵ ਕਰਕੇ ਸਬਮਿਟ ਕਰ ਸਕਦੇ ਹੋ। ਹਾਂਜੀ, ਜਦੋਂ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਉੱਥੇ ਫਿਲ ਕਰਕੇ ਰਜਿਸਟਰ ਕਰ ਲਓਗੇ ਤਾਂ ਤੁਹਾਡਾ ਜਿਹੜਾ ਡਾਟਾ ਉੱਥੇ ਸਬਮਿਟ ਹੋ ਜਾਏਗਾ ਤੇ ਤੁਹਾਨੂੰ ਇੱਕ ਰਜਿਸਟ੍ਰੇਸ਼ਨ ਨੰਬਰ ਜਿਹੜਾ ਹੈ ਉਹ ਜਨਰੇਟ ਹੋਏਗਾ। ਤੁਹਾਡਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਜਨਰੇਟ ਹੋ ਕੇ ਤੁਹਾਡੇ ਜਿਹੜੇ ਮੋਬਾਈਲ ਨੰਬਰ ਨਾਲ ਰਜਿਸਟਰ ਹੈ ਉਸ 'ਤੇ ਇੱਕ ਮੈਸੇਜ ਆ ਜਾਏਗਾ ਜਿਸ 'ਚ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਮੈਂਸ਼ਨ ਹੋਏਗਾ ਤੇ ਉਹ ਰਜਿਸਟ੍ਰੇਸ਼ਨ ਨੰਬਰ ਯੂਜ਼ ਕਰਕੇ ਤੁਸੀਂ ਇੱਥੇ ਜਾ ਕੇ ਕਲਿੱਕ ਹੇਅਰ ਟੂ ਪ੍ਰਿੰਟ ਰਜਿਸਟ੍ਰੇਸ਼ਨ ਫਾਰਮ, ਇੱਥੇ ਜਾ ਕੇ ਤੁਸੀਂ ਆਪਣਾ ਰਜਿਸਟ੍ਰੇਸ਼ਨ ਫਾਰਮ ਦਾ ਪ੍ਰਿੰਟ ਆਊਟ ਨਿਕਲਵਾ ਸਕਦੇ ਹੋ। ਸੋ ਜਵਾਹਰ ਨਵੋਦਿਆ ਵਿਦਿਆਲਿਆ ਦੇ ਵਿੱਚ ਕਲਾਸ 6th ਦੇ ਵਿੱਚ ਐਡਮਿਸ਼ਨ ਲੈਣ ਲਈ ਜੋ ਐਂਟਰੈਂਸ ਐਗਜ਼ਾਮ ਹੁੰਦਾ ਉਸ ਦੇ ਲਈ ਰਜਿਸਟਰ ਕਰਨਾ ਸੀ ਤੇ ਉਹ ਰਜਿਸਟ੍ਰੇਸ਼ਨ ਪ੍ਰੋਸੈਸ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ। ਸਾਰੀ ਹੀ ਜਾਣਕਾਰੀ ਤੁਸੀਂ ਬਹੁਤ ਹੀ ਧਿਆਨ ਨਾਲ ਭਰਨੀ ਹੈ ਕਿਉਂਕਿ ਇੱਕ ਵਾਰ ਜਦੋਂ ਆਪਾਂ ਲਾਸਟ ਸਬਮਿਟ ਕਰ ਦਿੰਦੇ ਹਾਂ ਉਸ ਤੋਂ ਬਾਅਦ ਇਹ ਸਾਰਾ ਡਾਟਾ ਜਿਹੜਾ ਐਡਿਟ ਨਹੀਂ ਹੁੰਦਾ। ਲੇਕਿਨ ਕਰੈਕਸ਼ਨ ਲਈ ਜਿਹੜਾ ਪੋਰਟਲ ਇੱਕ ਵਾਰ ਜ਼ਰੂਰ ਖੋਲ੍ਹਿਆ ਜਾਂਦਾ ਹੈ। ਅਗਰ ਕੋਈ ਬਾਏ ਚਾਂਸ ਕੋਈ ਗਲਤੀ ਹੋ ਵੀ ਜਾਂਦੀ ਹੈ ਤਾਂ ਉਹ ਜਿਸ ਦਿਨ ਵੀ ਕਰੈਕਸ਼ਨ ਪੋਰਟਲ ਓਪਨ ਹੋਏਗਾ ਉਸ ਦਿਨ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕਰੈਕਟ ਕੀਤੀਆਂ ਜਾ ਸਕਦੀਆਂ ਨੇ ਤੇ ਤੁਸੀਂ ਉਹ ਚੀਜ਼ਾਂ ਉੱਥੇ ਕਰੈਕਟ ਕਰ ਸਕਦੇ ਹੋ। ਲੇਕਿਨ ਉਹ ਕਰੈਕਸ਼ਨ ਪੋਰਟਲ ਦੀ ਡੇਟ ਹਾਲੇ ਮੈਂਸ਼ਨ ਨਹੀਂ ਕੀਤੀ ਗਈ। ਸੋ ਇਹ ਸੀਗਾ ਜੀ ਸਾਰਾ ਪ੍ਰੋਸੈਸ। ਤੁਸੀਂ ਕਲਾਸ 6 ਦੇ ਲਈ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਨੀ ਹੈ। ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਇਸੇ ਤਰ੍ਹਾਂ ਹੋਰ ਵੀਡੀਓਜ਼ ਨੂੰ ਪਾਉਣ ਲਈ ਤੁਸੀਂ ਆਪਣੇ ਫੇਸਬੁੱਕ ਜਾਂ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ। ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।